ਫਰਮ USA ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੀਆਂ ਪ੍ਰਮੁੱਖ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਇਹ ਤੋਂ ਪਹਿਲਾਂ ਕਿ ਆਪਾਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ, ਸਭ ਤੋਂ ਪਹਿਲਾਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਉਹ ਪਣਡੁੱਬੀ ਟਾਈਟੈਨਿਕ ਜਹਾਜ਼ ਨੂੰ ਦੇਖਣ ਗਏ 5 ਸਵਾਰ ਉਹਦੇ ਵਿੱਚ ਸਮੇਤ ਅਮਲੇ ਫੈਲੇ ਦੇ, ਉਹਦਾ ਹਜੇ ਤੱਕ ਕੋਈ ਵੀ ਥਹੁ ਪਤਾ ਨਹੀਂ ਲੱਗਾ। ਯਤਨ ਜਾਰੀ ਹੈ ਪਰ ਉਹਦੇ ਬਾਰੇ ਅਜੇ ਤੱਕ ਕੋਈ ਵੀ ਅਪਡੇਟ ਨਹੀਂ ਆ ਰਹੀ। ਪਤਾ ਲੱਗਿਆ ਸੀ ਕਿ ਪਹਿਲਾਂ ਥੋੜ੍ਹੀਆਂ ਜਿਹੀਆਂ ਕੁਛ ਆਵਾਜ਼ਾਂ ਉੱਧਰਲੇ ਪਾਸਿਓਂ ਕੁਛ ਨਜ਼ਰ ਆਈਆਂ, ਸੁਣੀਆਂ ਸੀ ਉਹਨਾਂ ਨੂੰ, ਪਰ ਹਜੇ ਤੱਕ ਉਹਦਾ ਪਤਾ ਨਹੀਂ ਲੱਗ ਸਕਿਆ। ਔਰ ਇਹ ਵੀ ਇੱਥੇ ਦੱਸਣ ਵਾਲੀ ਗੱਲ ਆ ਕਿ ਉਹਦੇ ਵਿੱਚ ਕੁਛ ਕੁ ਘੰਟਿਆਂ ਦੀ ਆਕਸੀਜਨ ਹੈਗੀ ਆ, ਉਹਦੇ ਤੋਂ ਬਾਅਦ ਬਹੁਤ ਔਖਾ ਹੋ ਜਾਣਾ ਉਹਦੇ ਵਿੱਚੋਂ ਬਚਾਅ ਕਰਨਾ। ਪਰ ਹਜੇ ਤੱਕ ਵੀ ਆਸ ਆ ਕਿ ਉਹਦੇ ਵਿੱਚ ਸਾਰੇ ਮੁਸਾਫਰ ਠੀਕ ਠਾਕ ਆ ਅਤੇ ਇਹਨੂੰ ਮਤਲਬ ਹਜੇ ਤੱਕ ਉਹਨਾਂ ਨੂੰ ਰੈਸਕਿਊ ਕਰਨ ਦਾ ਯਤਨ ਕੀਤਾ ਜਾ ਰਿਹਾ, ਬਚਾਅ ਦੇ ਕਾਰਜ ਚੱਲ ਰਹੇ ਆ, ਨਾ ਕਿ ਉਹਨਾਂ ਨੂੰ ਰਿਕਵਰੀ ਦੇ ਚਾਂਸ ਚੱਲ ਰਹੇ ਜਾਂ ਦੂਜਾ ਉਹਨੂੰ ਉਸ ਤਰੀਕੇ ਦੇ ਨਾਲ ਉਹਦੇ 'ਚੋਂ ਕੀਤਾ ਜਾ ਰਿਹਾ। ਹਜੇ ਤੱਕ ਪੂਰੀ ਆਸ ਅਧਿਕਾਰੀਆਂ ਨੂੰ ਕਿ ਉਹ ਸਾਰੇ ਠੀਕ ਠਾਕ ਹੋਣਗੇ ਅਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾ ਲਿਆ ਜਾਊਗਾ। ਇੱਥੇ ਦੱਸ ਦੇਣਾ ਚਾਹੁੰਦੇ ਹਾਂ ਕਿ ਇੱਕ ਪਣਡੁੱਬੀ ਜਿਹਦੇ ਵਿੱਚ ਕੈਨੇਡਾ ਦੇ ਸੂਬੇ ਨਿਊਫਾਊਂਡਲੈਂਡ ਦੇ ਵਿੱਚੋਂ ਥੱਲੇ ਜਿੱਥੇ ਕਿ ਕਈ ਹਜ਼ਾਰਾਂ ਮੀਟਰ ਦੂਰ ਜਿੱਥੇ ਟਾਈਟੈਨਿਕ ਜਹਾਜ਼ ਸਮੁੰਦਰ ਦੇ ਤਲ 'ਤੇ ਡੁੱਬਿਆ ਸੀ ਲਗਭਗ 100 ਸਾਲ ਪਹਿਲਾਂ, ਉਸ ਥਾਂ ਦੇ ਉੱਤੇ ਦੇਖਣ ਲਈ ਲੋਕ ਜਾਂਦੇ। 2021 ਤੋਂ ਇੱਕ ਕੰਪਨੀ ਨੇ, ਪ੍ਰਾਈਵੇਟ ਕੰਪਨੀ ਨੇ ਇੱਦਾਂ ਦਾ ਪ੍ਰਬੰਧ ਕੀਤਾ ਆ ਕਿ ਤੁਸੀਂ ਉਹਦੇ ਵਿੱਚ ਬਹੁਤ ਸਾਰੇ ਪੈਸੇ ਦੇ ਕੇ $2-2.5 ਲੱਖ ਦੇ ਕਰੀਬ ਉਹਦੀ ਫੀਸ ਲੱਗਦੀ ਆ, ਤੁਸੀਂ ਉਹ ਪਣਡੁੱਬੀ ਦੇ ਵਿੱਚ ਬੈਠ ਸਕਦੇ ਆ ਅਤੇ ਸਮੁੰਦਰ ਦੇ ਬਿਲਕੁਲ ਥੱਲੇ ਉਹਦੇ ਸਮੁੰਦਰ ਦੇ ਤਲ ਦੇ ਉੱਤੇ ਜਾ ਕੇ ਜਿੱਥੇ ਟਾਈਟੈਨਿਕ ਜਹਾਜ਼ ਦਾ ਉਹ ਮਲਬਾ ਪਿਆ ਆ ਉਹਨੂੰ ਦੇਖ ਸਕਦੇ ਆ। ਹੁਣ ਉਹਨੂੰ ਦੇਖਣ 3 ਬੰਦੇ ਉਹਦੇ ਵਿੱਚ ਦੱਸਦੇ ਆ ਜਿਹੜੇ ਦੇਖਣ ਦੇ ਲਈ ਗਏ ਆ। ਇੱਕ ਪਾਕਿਸਤਾਨ ਦੇ ਪਿਓ ਪੁੱਤ ਨੇ, ਮਿਲੀਅਨਰ ਜਿਹੜੇ ਹੈਗੇ ਨੇ, ਦਾਊਦ ਅਤੇ ਉਹਨਾਂ ਦਾ ਬੇਟਾ ਸੁਲੇਮਾਨ, ਅਤੇ ਇਸੇ ਤਰ੍ਹਾਂ ਹੀ ਇੱਕ ਇੱਥੋਂ ਦੇ ਵਿਅਕਤੀ ਨੇ, ਉਹ ਉਹਨੂੰ ਦੇਖਣ ਗਏ ਨੇ। ਉਹਨਾਂ ਦੀ ਪਣਡੁੱਬੀ ਦਾ ਜਦੋਂ ਗਈ ਸੀ ਉਹਦੇ ਤੋਂ 1-1.5 ਘੰਟੇ ਦੇ ਬਾਅਦ ਹੀ ਕਨੈਕਸ਼ਨ ਟੁੱਟ ਗਿਆ, ਲੈਂਡ ਦੇ ਉੱਤੇ ਉਹਦਾ ਕਨੈਕਸ਼ਨ ਟੁੱਟ ਗਿਆ ਅਤੇ ਉਹਦੇ ਤੋਂ ਬਾਅਦ ਹੁਣ ਤੱਕ ਪਤਾ ਨਹੀਂ ਲੱਗ ਰਿਹਾ। ਸੰਕਟ ਬਹੁਤ ਵੱਡਾ ਆ, ਉਹਦੇ ਵਿੱਚ ਉਹਨੂੰ ਬਚਾਉਣਾ ਬਹੁਤ ਮੁਸ਼ਕਿਲ ਆ। ਸਮੁੰਦਰ ਦੇ ਵਿੱਚੋਂ ਦੱਸਦੇ ਆ ਜਦੋਂ ਪਾਣੀ ਦੇ ਥੋੜ੍ਹਾ ਜਿਹਾ ਥੱਲੇ ਜਾਂਦੇ ਆ ਉਹਦੇ ਤੋਂ ਬਾਅਦ ਸੂਰਜ ਦੀ ਰੌਸ਼ਨੀ ਉੱਥੇ ਨਹੀਂ ਪਹੁੰਚਦੀ, ਹਨੇਰਾ ਹੋ ਜਾਂਦਾ, ਕੁਛ ਨਹੀਂ ਪਤਾ ਲੱਗਦਾ। ਉਹਨੂੰ ਰੋਬੋਟਸ ਦੇ ਨਾਲ ਜਾਂ ਇੱਦਾਂ ਦੀਆਂ ਟੈਕਨੀਕ ਸਿੱਟ ਕੇ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਪਰ ਉਹ ਇੰਨੀ ਵੱਡੀ ਚੀਜ਼ ਆ ਕਿ ਜਿਹਦੇ ਵਿੱਚੋਂ ਹਜੇ ਤੱਕ ਕੋਈ ਵੀ ਥਹੁ ਪਤਾ ਨਹੀਂ ਲੱਗਾ। ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦਾ ਪਤਾ ਲੱਗ ਜਾਵੇ, ਪਰ ਅਜੇ ਤੱਕ ਇਹਦੇ ਬਾਰੇ ਕੋਈ ਅਪਡੇਟ ਨਹੀਂ ਆ ਰਹੀ। ਅਜੇ ਵੀ ਦੱਸਿਆ ਜਾ ਰਿਹਾ ਕਿ ਕੁਛ ਹੋਰ ਘੰਟਿਆਂ ਦੀ ਆਕਸੀਜਨ ਉਹਦੇ ਵਿੱਚ ਬਚੀ ਆ, ਜਿਹਦੇ ਵਿੱਚ ਆਸ ਕਰਦੇ ਆ ਕਿ ਉਹ ਠੀਕ ਠਾਕ ਹੋਣਗੇ ਅਤੇ ਜਿਹੜੇ ਇਸ ਵੇਲੇ ਰੈਸਕਿਊ ਕਰ ਰਹੇ ਆ ਉਹਨੂੰ ਬਚਾਉਣ ਦੇ ਵਿੱਚ ਸਫਲ ਹੋਣਗੇ। ਅੱਜ ਦੀਆਂ ਜਿਹੜੀਆਂ ਕੁਛ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਸਭ ਤੋਂ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਘਰਾਂ ਦਾ ਸੰਕਟ ਕੀ ਆ, ਜਿਹੜੇ ਹੋਮਲੈਸ ਲੋਕ ਹੋ ਰਹੇ ਨੇ ਉਹ ਕਿਉਂ ਹੋ ਰਹੇ ਨੇ, ਕੈਲੀਫੋਰਨੀਆ ਦੇ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਆ। ਦੂਜੀ ਗੱਲਬਾਤ ਕਰਨੀ ਹੈ ਕਿ ਅਮਰੀਕਾ ਦੇ ਵਿੱਚ ਜਿਹੜੀ ਮਾਨਸਿਕ ਸਿਹਤ ਦਾ ਸੰਕਟ ਪੈਦਾ ਹੋਇਆ ਹੈ, ਲੋਕ ਮਾਨਸਿਕ ਰੂਪ ਦੇ ਵਿੱਚ ਬਹੁਤ ਵੱਡੀ ਪਰੇਸ਼ਾਨੀਆਂ ਦੇ ਵਿੱਚੋਂ ਲੰਘ ਰਹੇ ਆ। ਤੀਜੀ ਗੱਲਬਾਤ ਟੈਕਸਸ ਦੇ ਵਿੱਚ ਗਰਮੀ ਦੀ ਕਰਨੀ ਆ, ਅਤੇ ਚੌਥੀ ਗੱਲਬਾਤ ਅਮਰੀਕਾ ਦੇ ਵਿੱਚ ਬੱਚੇ ਪੜ੍ਹਾਈ ਦੇ ਵਿੱਚ ਦੱਸਦੇ ਆ ਕਿ ਕਮਜ਼ੋਰ ਹੋ ਰਹੇ ਆ, ਖਾਸ ਕਰਕੇ ਮੈਥ ਦੇ ਵਿੱਚ। ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਸਭ ਤੋਂ ਪਹਿਲੀ ਗੱਲਬਾਤ, ਹੋਮਲੈਸ ਕਿਉਂ ਹੁੰਦੇ ਆ। ਤੁਸੀਂ ਦੇਖਿਆ ਹੋਊਗਾ ਕਿ ਬਹੁਤ ਸੋਹਣੇ ਸ਼ਹਿਰ ਦੇ ਵਿੱਚ ਉਹਦੇ ਨੇੜੇ ਤੇੜੇ ਕੁਛ ਬੇਘਰੇ ਲੋਕ ਬੈਠੇ ਆ। ਕੈਲੀਫੋਰਨੀਆ ਦੇ ਵਿੱਚ ਵੱਡੇ ਸ਼ਹਿਰਾਂ ਦੇ ਆਲੇ ਦੁਆਲੇ ਤੁਸੀਂ ਦੇਖ ਸਕਦੇ, ਇਹਨਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਆ। ਹੁਣ ਇਹਨਾਂ ਦਾ ਇੱਕ ਸਰਵੇ ਕੀਤਾ ਗਿਆ, ਇੱਕ ਸਟੱਡੀ ਕੀਤੀ ਗਈ ਆ, ਅਤੇ ਉਹ ਸਟੱਡੀ ਦੇ ਵਿੱਚੋਂ ਬਾਅਦ ਦੇ ਵਿੱਚ ਲੱਭਿਆ ਗਿਆ ਵੀ ਕੀ ਕਾਰਨ ਇਹ ਲੋਕ ਬੇਘਰੇ ਕਿਉਂ ਆ, ਪਹਿਲਾਂ ਇਹ ਕੀ ਕਰਦੇ ਸੀ, ਐਡੀ ਕੀ ਗੱਲ ਹੋ ਗਈ ਕਿ ਬੇਘਰੇ ਹੋ ਗਏ, ਜਾਂ ਕੀ ਇਹ ਕਦੇ ਘਰ ਹੀ ਨਹੀਂ ਲੈ ਸਕੇ, ਕੋਈ ਮਾਨਸਿਕ ਪ੍ਰੋਬਲਮ ਆ। ਇੱਕ ਕੱਲ੍ਹ ਮੰਗਲਵਾਰ ਨੂੰ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਫਰਾਂਸਿਸਕੋ ਨੇ ਇਹ ਰਿਪੋਰਟ ਜਾਰੀ ਕੀਤੀ ਆ। ਇਹਦੇ ਵਿੱਚ ਉਹਨਾਂ ਨੇ ਖੋਜ ਕੀਤੀ ਆ, ਬਹੁਤ ਕੰਪਰੀਹੈਂਸਿਵ ਇੱਕ ਤਸਵੀਰ ਦੇਣ ਦੀ ਕੋਸ਼ਿਸ਼ ਕੀਤੀ ਆ, ਵੱਡੀ ਤਸਵੀਰ ਇਹਨਾਂ ਬੇਘਰੇ ਲੋਕਾਂ ਦੀ, ਕਿ ਕਿਹੜੀਆਂ ਚੀਜ਼ਾਂ ਜਾਂ ਕਿਹੜੇ ਫੈਕਟਰ ਆ ਜਿਹੜੇ ਇਹਨਾਂ ਨੂੰ ਉੱਥੇ ਤੱਕ ਲੈ ਜਾਂਦੇ। ਤੁਹਾਨੂੰ ਪਤਾ ਕਿ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਦਾ ਸਭ ਤੋਂ ਵੱਡਾ ਹਿੱਸਾ ਬੇਘਰਿਆਂ ਦਾ ਕੈਲੀਫੋਰਨੀਆ ਦੇ ਵਿੱਚ ਰਹਿੰਦਾ। ਇਹ ਵੀ ਆ ਕਿ ਸਟੇਟ ਬਹੁਤ ਵੱਡੀ ਆ, ਇੱਥੇ ਪਾਪੂਲੇਸ਼ਨ ਵੈਸੇ ਹੀ ਬਹੁਤ ਜ਼ਿਆਦਾ ਹੈ, ਇਸ ਕਰਕੇ ਕੁਦਰਤੀ ਆ ਕਿ ਵੱਡਾ ਹਿੱਸਾ ਇੱਥੇ ਹੋਊਗਾ। 3200 ਹੋਮਲੈਸ ਬੰਦਾ ਇਹਨਾਂ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਜਿਹੜੇ ਰਿਸਰਚਰ ਸੀ ਇਹਨਾਂ ਨੇ ਲੱਭਿਆ, ਅਤੇ ਉਹਨਾਂ ਦੇ ਨਾਲ 3200 ਬੰਦੇ ਦੇ ਨਾਲ ਗੱਲਬਾਤ ਕੀਤੀ ਜਿਹਦੇ ਘਰ ਕਿਤੇ ਨਾ ਕਿਤੇ ਗੁਆਚ ਗਏ, ਪਹਿਲਾਂ ਹੁੰਦੇ ਸੀ। ਕਹਿ ਇਹ ਰਹੇ ਆ ਕਿ ਘਰ ਅਫੋਰਡ ਨਹੀਂ ਹੋ ਰਹੇ। ਜਿਹੜੀ ਜਦੋਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਘਰ ਛੱਡਿਆ ਤੁਹਾਡੀ ਮੀਡੀਅਨ ਇਨਕਮ ਕਿੰਨੀ ਸੀ, ਉਹ ਕਹਿੰਦੇ $960 ਮਹੀਨੇ ਦੇ ਅਸੀਂ ਕਮਾਉਂਦੇ ਸੀ, ਜਾਂ ਜਿਹੜੇ ਰੈਂਟਰ ਸੀਗੇ $1400 ਦੇ ਨੇੜੇ ਤੇੜੇ ਸੀ, ਅਤੇ ਅੱਧ ਤੋਂ ਜ਼ਿਆਦਾ ਉਹਨਾਂ ਦਾ ਰੈਂਟ ਦੇ ਵਿੱਚ ਚਲਿਆ ਜਾਂਦਾ ਸੀ। ਅਤੇ ਇੱਕ ਉਹ ਸਟੇਜ ਆ ਗਈ ਜਿੱਥੇ ਜਾ ਕੇ ਉਹਨਾਂ ਤੋਂ ਰੈਂਟ ਦਿੱਤਾ ਨਹੀਂ ਗਿਆ ਅਤੇ ਉਹ ਘਰਾਂ ਤੋਂ ਬਾਹਰ ਹੋ ਗਏ। ਜਿਹੜੀ ਹੋਮਲੈਸਨੈਸ ਆ, ਬੇਘਰਿਆਂ ਦਾ, ਇਹ ਇੱਕ ਨੈਸ਼ਨਲ ਕ੍ਰਾਈਸਿਸ ਆ ਅਮਰੀਕਾ ਦੇ ਵਿੱਚ, ਅਤੇ ਇਹ ਜਿਹੜਾ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡਾ ਆ। ਇੱਥੇ ਅੰਦਾਜ਼ਾ ਲਾਇਆ ਜਾਂਦਾ ਕਿ 1,71,000 ਲੋਕ
ਜਾਂ ਇੱਦਾਂ कह लो कि पूरे अमेरिका के जिन्ने होमलैस ने उन्हों का 30% कैलीफोर्निया ਦੇ ਵਿੱਚ ਰਹਿੰਦਾ ਹੈ। ਪੋਲੀਟੀਕਲ ਲੀਡਰ ਇਸ ਗੱਲ ਦੇ ਉੱਤੇ ਡਿਵਾਈਡਡ ਨੇ, ਦੋ ਧਿਰਾਂ ਦੇ ਵਿੱਚ ਸਿੱਧੇ ਨੇ। ਜਿਹੜੇ ਡੈਮੋਕ੍ਰੇਟਸ ਨੇ, ਗਵਰਨਰ ਗੈਵਨ ਨਿਊਸਮ ਨੇ, ਉਹਨਾਂ ਦੀ ਇੱਕ ਵੱਖਰੀ ਧਾਰਨਾ ਹੈ ਇਸ ਮਾਮਲੇ ਦੇ ਵਿੱਚ, ਇਸ ਕ੍ਰਾਈਸਿਸ ਨੂੰ ਹੱਲ ਕਰਨ ਦੇ ਲਈ। ਜਿਹੜੇ ਦੂਜੇ ਪਾਸੇ ਦੂਜੀ ਧਿਰ ਆ ਉਹ ਇਹਦੇ ਬਾਰੇ ਵੱਖਰੀ ਰਾਏ ਰੱਖਦੇ ਆ ਤੇ ਉਹ ਦੂਜੇ ਤਰ੍ਹਾਂ ਦੀ ਅਪਰੋਚ ਇਹਦੇ ਬਾਰੇ ਰੱਖਦੇ ਆ। ਹੁਣ ਇਹ ਵੀ ਤੁਹਾਨੂੰ ਪਤਾ ਆ ਕਿ ਜਿਹੜੇ ਸਭ ਤੋਂ ਅਮਰੀਕਾ ਦੇ ਵਿੱਚ ਮਹਿੰਗੇ ਘਰ ਨੇ ਉਹ ਕੈਲੀਫੋਰਨੀਆ ਦੇ ਵਿੱਚ ਨੇ। ਜਾਂ ਇੱਦਾਂ ਕਹਿ ਲਓ ਕਿ ਇਹ ਵੀ ਕੋਈ ਵੱਡੀ ਜਾਂ ਨਵੀਂ ਗੱਲ ਨਹੀਂ ਆ ਜਾਂ ਕੋਈ ਵੱਖਰੀ ਗੱਲ ਨਹੀਂ ਆ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਇਹ ਜਿਹੜੀਆਂ ਘਰਾਂ ਦੀਆਂ ਵੱਧਦੀਆਂ ਕੀਮਤਾਂ ਨੇ ਉਹ ਵੱਡਾ ਕਾਰਨ ਇਹਨਾਂ ਦੀ ਹੋਮਲੈਸਨੈਸ ਦੇ ਵਿੱਚ। ਇਹ ਬੇਘਰ ਇਸ ਕਰਕੇ ਨੇ ਕਿਉਂਕਿ ਇਹਨਾਂ ਕੋਲ ਘਰ ਅਫੋਰਡ ਨਹੀਂ ਹੋ ਰਿਹਾ। ਪਰ ਸਰਚਿਸ ਜਿਹੜੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ, ਜਿਹੜਾ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਫਰਾਂਸਿਸਕੋ ਨੇ ਇਹ ਦੱਸਿਆ ਆ ਕਿ ਹਾਊਸਿੰਗ ਜਿਹੜੀ ਆ ਉਹ ਵੱਡੀ ਸਮੱਸਿਆ ਤੇ ਇਹਨਾਂ ਨੂੰ ਪਬਲਿਕ ਸਪੋਰਟ ਦੀ ਕਿਸੇ ਨਾ ਕਿਸੇ ਤਰ੍ਹਾਂ ਲੋੜ ਆ। ਜਿਹੜੇ ਹੋਮਲੈਸ ਨੇ ਉਹ ਇਸ ਕਰਕੇ ਨੇ ਕਿਉਂਕਿ ਕਿਰਾਇਆ ਬਹੁਤ ਜ਼ਿਆਦਾ ਆ, ਆਪਸ਼ਨਸ ਉਹਨਾਂ ਦੇ ਕੋਲੇ ਹੈ ਨਹੀਂ ਗੀਆਂ, ਨਾ ਉਹਨਾਂ ਕੋਲੇ ਇੰਨਾ ਪੈਸਾ ਆ ਜਾਂ ਵਿੱਚ ਉਹਨਾਂ ਦੇ ਕੋਲੇ ਸਕੋਪ ਹੀ ਹੈ ਨਹੀਂ, ਤੇ ਇਸ ਕਰਕੇ ਉਹ ਬੇਘਰੇ ਹੋਣ ਤੋਂ ਬਿਨਾਂ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਹੈ। ਜਿਹੜੇ 3200 ਲੋਕਾਂ ਨੂੰ ਇਹਨਾਂ ਨੇ ਸਰਵੇ ਕੀਤਾ ਉਹਦੇ ਵਿੱਚ ਇਹਨਾਂ ਨੇ ਇਨ ਡੈਪਥ ਇੰਟਰਵਿਊਜ਼ ਕੰਡਕਟ ਕੀਤੀਆਂ, ਉਹਨਾਂ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ 365 ਲੋਕਾਂ ਦੇ ਨਾਲ। ਔਰ ਇਹ ਗੱਲਬਾਤ ਇਹਨਾਂ ਨੇ ਕੀਤੀ ਹੈ ਅਕਤੂਬਰ 2021 ਤੋਂ ਲੈ ਕੇ ਨਵੰਬਰ 2022 ਤੱਕ। ਸਟੱਡੀ ਦੇ ਵਿੱਚ ਇਹ ਗੱਲ ਪਤਾ ਲੱਗੀ ਆ ਕਿ ਜਿਹੜੇ ਇਹ ਬੇਘਰੇ ਲੋਕ ਨੇ ਜਿਨ੍ਹਾਂ ਦੇ ਘਰ ਨਹੀਂ, ਇਹਨਾਂ ਦੇ ਵਿੱਚ ਬਲੈਕ ਭਾਈਚਾਰੇ ਦੇ ਲੋਕਾਂ ਦੀ ਗਿਣਤੀ 26% ਆ, ਜਦੋਂ ਕਿ ਇਹ ਸਟੇਟ ਦੀ ਪਾਪੂਲੇਸ਼ਨ ਦਾ ਸਿਰਫ 6% ਨੇ। ਸੋ ਇਹ ਗੱਲ ਬਹੁਤ ਵੱਡੀ ਚਿੰਤਾ ਵਾਲੀ ਆ ਜਾਂ ਇੱਥੇ ਫਿਕਰ ਵਾਲੀ ਆ। ਪੂਰੇ ਕੈਲੀਫੋਰਨੀਆ ਦੇ ਵਿੱਚ ਜੇਕਰ ਰੇਸ ਵਾਈਜ਼ ਕੱਢਣਾ ਹੋਵੇ ਤਾਂ ਇਹਨਾਂ ਦੇ ਵਿੱਚੋਂ ਜਿਹੜੇ ਇਹ ਬਲੈਕ ਭਾਈਚਾਰੇ ਦੇ ਲੋਕ ਨੇ ਕੈਲੀਫੋਰਨੀਆ ਦੇ ਵਿੱਚ 6% ਨੇ, 100 ਚੋਂ 6 ਜਣੇ ਨੇ। ਪਰ ਜਦੋਂ ਹੋਮਲੈਸ ਦੇਖਦੇ ਆ ਉੱਥੇ ਇਹਨਾਂ ਦੀ ਜਿਹੜੀ ਪਾਪੂਲੇਸ਼ਨ ਆ ਉਹ 26% ਹੋ ਜਾਂਦੀ ਹੈ। ਮਤਲਬ 100 ਦੇ ਵਿੱਚੋਂ 26 ਜਣੇ ਬਲੈਕ ਭਾਈਚਾਰੇ ਨਾਲ ਸੰਬੰਧਿਤ ਆ। ਇਹ ਪ੍ਰਪੋਰਸ਼ਨ ਬਹੁਤ ਗਲਤ ਆ। ਇਹਦੇ ਬਾਰੇ ਜਿਹੜੀ ਇੱਕ ਜਨਰਲ ਪਾਪੂਲੇਸ਼ਨ ਨਾਲੋਂ ਇੱਥੇ ਇਹਨਾਂ ਦੀ ਗਿਣਤੀ ਜ਼ਿਆਦਾ ਹੋਣੀ ਇਹ ਬਹੁਤ ਵੱਡੇ ਸਵਾਲ ਚੱਕਦੀ ਹੈ। 90% ਜਿਹੜੇ ਪਾਰਟਿਸਪੈਂਟ ਸੀਗੇ ਉਹ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ, ਮਤਲਬ ਇੱਥੇ ਰਹਿੰਦੇ ਸੀ ਜਦੋਂ ਉਹ ਹੋਮਲੈਸ ਬਣੇ। ਦਾ ਮਤਲਬ ਇਹ ਆ ਵੀ ਕੋਈ ਬਾਹਰੋਂ ਨਹੀਂ ਆਏ, ਕਿਸੇ ਹੋਰ ਸਟੇਟ ਦੇ ਵਿੱਚੋਂ ਨਹੀਂ ਆਏ। 10% ਬਾਹਰੋਂ ਹੋ ਸਕਦੇ, ਉਹ ਇੱਥੇ ਹੀ ਰਹਿੰਦੇ ਆ। ਜਿੰਨੇ ਅੱਧੇ ਸਾਰਿਆਂ ਦੇ ਵਿੱਚੋਂ ਸੀਗੇ ਉਹਨਾਂ ਦਾ ਜਾਂ ਤਾਂ ਹੈਲਥ ਦਾ ਇਸ਼ੂ ਆ ਗਿਆ, ਜਾਂ ਉਮਰ ਦੇ ਕਰਕੇ ਉਹਨਾਂ ਤੋਂ ਕੰਮ ਨਹੀਂ ਹੋਇਆ, ਜਾਂ ਉਹ ਡਿਸੇਬਲ ਹੋ ਗਏ। ਅੱਧਿਆਂ ਦੀ ਇਹ ਕਹਾਣੀ ਆ ਵੀ ਉਹ ਬੇਘਰੇ ਤਾਂ ਹੋਏ। ਜੇ ਕੰਮ ਕਰਦੇ ਰਹਿਣਗੇ, ਆਪਾਂ ਸਧਾਰਨ ਗੱਲਬਾਤ ਆਪਾਂ ਨੂੰ ਪਤਾ ਵੀ ਜਿਹੜਾ ਬੰਦਾ ਕੰਮ ਕਰਦਾ ਉਹ ਜਿਹੜਾ 8 ਘੰਟੇ ਵੀ ਕੰਮ ਕਰੇ ਤਾਂ $100 ਉਹ ਕਮਾ ਲੈਂਦਾ ਸੌਖਾ ਹੀ, ਤੇ ਫਿਰ ਇਹ ਕਿਉਂ ਨਹੀਂ ਕਮਾ ਸਕੇ? ਉਹ ਕਹਿੰਦੇ ਅੱਧਿਆਂ ਦੀ ਜਾਂ ਤਾਂ ਹੈਲਥ ਪ੍ਰੋਬਲਮ ਆ ਗਈ, ਉਹਨਾਂ ਤੋਂ ਹੋਇਆ ਹੀ ਨਹੀਂ ਕੰਮ, ਜਾਂ ਡਿਸੇਬਿਲਟੀ ਹੋ ਗਈ, ਡਿਸੇਬਲ ਹੋ ਗਏ, ਤੇ ਜਾਂ ਫਿਰ ਉਮਰ ਵੱਡੀ ਹੋ ਗਈ ਜਿਹੜੀ। ਔਰ 2 ਸਾਲ ਤੋਂ ਇਹ ਜਿਹੜੀ ਮੀਡੀਅਨ ਉਹਨਾਂ ਦੀ ਡਿਊਰੇਸ਼ਨ ਆ ਇੱਥੇ ਰਹਿਣ ਦੀ, ਉਹ ਹੋਮਲੈਸ ਦੀ ਸੜਕਾਂ ਦੇ ਉੱਤੇ ਇੰਨੀ ਕੁ ਦੱਸੀ ਜਾ ਰਹੀ ਹੈ। ਤੀਜਾ ਹਿੱਸਾ ਜਿਹੜੇ ਅਡਲਟ ਨੇ ਜਿਹਨਾਂ ਨੂੰ ਸਰਵੇ ਕੀਤਾ ਗਿਆ, ਉਹਨਾਂ ਦੀ ਜਿਹੜੀ ਜ਼ਿਆਦਾ ਗੰਭੀਰ ਇਹ ਸਮੱਸਿਆ ਹੈਗੀ ਆ, ਤੇ ਉਹ ਇਹਨਾਂ ਦੀ ਜਿਹੜੀ ਹਾਲਤ ਆ ਉਹ ਡਿਸੇਬਿਲਟੀ ਕਰਕੇ ਇੱਥੇ ਪਹੁੰਚੇ ਆ। ਤੇ ਦੂਜਾ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਲਾਸ ਐਂਜਲਸ ਦੇ ਵਿੱਚ 2015 ਦੇ ਵਿੱਚ ਜਿਹੜੇ ਇੱਕ ਮਦਰ ਸੀਗੀ ਉਹਨੂੰ ਉੱਥੋਂ ਬਾਹਰ ਕੱਢ ਦਿੱਤਾ ਗਿਆ ਸੀ ਅਪਾਰਟਮੈਂਟ ਦੇ ਵਿੱਚੋਂ, ਕਿਉਂਕਿ ਉਹਦੇ ਕੋਲੋਂ ਰੈਂਟ ਨਹੀਂ ਦਿੱਤਾ ਗਿਆ, ਜਿਹੜਾ ਕਿ $1200 ਸੀਗਾ, ਤੇ ਉਹਦੀ ਜਿਹੜੀ ਡਿਸੇਬਿਲਿਟੀ ਉਹਨੂੰ ਜਿਹੜੀ ਮਿਲਦੀ ਆ ਉਹ $1340 ਸੀ। ਹੁਣ ਉਹਦੇ ਵਿੱਚ ਉਹਦੇ ਕੋਲੋਂ ਪੇ ਹੀ ਨਹੀਂ ਹੋ ਰਿਹਾ। ਇਹ ਇੱਕ ਸਮੱਸਿਆ ਆ। ਇੱਦਾਂ ਦੀਆਂ ਕਈ ਸਮੱਸਿਆਵਾਂ ਨੇ ਕਿ ਜਿਹਦੇ ਕਰਕੇ ਉਹਨਾਂ ਕੋਲੋਂ ਰੈਂਟ ਜਾਂ ਕੋਈ ਵੀ ਚੀਜ਼ ਦਿੱਤੀ ਨਹੀਂ ਜਾ ਰਹੀ, ਤੇ ਉਹ ਜਿਹੜੇ ਆ ਇੱਧਰਲੇ ਪਾਸੇ ਚਲੇ ਗਏ। ਜਿਨ੍ਹਾਂ ਇਹਨਾਂ 3200 ਲੋਕਾਂ ਦੀ ਇਹਨਾਂ ਨੇ ਸਟੱਡੀ ਕੀਤੀ ਆ ਉਹਦੇ ਵਿੱਚ ਮੈਂਟਲ ਹੈਲਥ ਦਾ ਇਸ਼ੂ ਵੀ ਬਹੁਤ ਵੱਡਾ ਆ, ਨਸ਼ੇ ਕਰਨ ਦਾ ਮਾਮਲਾ ਵੀ ਬਹੁਤ ਵੱਡਾ ਆ। ਇਹ ਵੀ ਇੱਕ ਕਾਰਨ ਆ ਕਿ ਹੋਮਲੈਸ ਕਿਤੇ ਨਾ ਕਿਤੇ ਹੋ ਜਾਂਦੇ ਆ। ਜਿਨ੍ਹਾਂ ਨੂੰ ਸਰਵੇ ਕੀਤਾ 45% ਲੋਕ, ਜਾਣੀ ਕਿ ਲਗਭਗ ਅੱਧੇ ਜਿੰਨੇ ਹੋਮਲੈਸ ਨੇ ਇਹਨਾਂ ਦੇ ਵਿੱਚੋਂ ਲਗਭਗ ਅੱਧੇ ਰੈਗੂਲਰ ਕੋਕੇਨ ਲੈਂਦੇ ਆ, ਜਿਹੜੀ ਉਹ ਹੈਗੀ ਆ ਆਪਣੇ ਓਪੀਓਡ ਜਾਂ ਹੋਰ ਚੀਜ਼ਾਂ ਜਿਹੜੀਆਂ ਜਿਹੜੀਆਂ ਮਤਲਬ ਜਿਹੜੀਆਂ ਪੀਣ ਵਾਲੀਆਂ ਕੁਛ ਇੱਦਾਂ ਦੇ ਨਸ਼ੇ ਆ ਉਹ ਲੈਂਦੇ ਆ। ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਇਸ ਚੀਜ਼ ਦਾ ਵੀ ਕਾਫੀ ਜ਼ਿਆਦਾ ਰੋਲ ਸੀ ਇਹਦੇ ਵਿੱਚ, ਜਿਹੜਾ ਘਰ ਜਾਣ ਦੇ ਵਿੱਚ ਨਸ਼ੇ ਕਰਨ ਦਾ, ਜਿਹੜੀ ਜਿੱਦਾਂ ਮੈਥਾਫੈਂਟਾਮੀਨ ਆ ਇਹਦਾ ਇੱਕ ਵੱਡਾ ਰੋਲ ਦੱਸਿਆ ਜਾ ਰਿਹਾ ਕਿ ਜਿਹੜੇ ਲੋਕ ਇਹ ਨਸ਼ਾ ਕਰਦੇ ਸੀ ਉਹ ਵੀ ਇੱਕ ਖਾਸ ਕਾਰਨ ਸੀਗਾ ਕਿ ਇਹਨਾਂ ਦੇ ਕੋਲੋਂ ਘਰ ਚਲਿਆ ਗਿਆ। ਅੱਧੇ ਜਿਹੜੇ ਅਡਲਟ ਸੀ ਜਿਹੜੇ ਸਰਵੇ ਕੀਤੇ ਗਏ ਆ ਉਹਨਾਂ ਦੇ ਵਿੱਚੋਂ ਉਹ ਪਿਛਲੇ 6 ਮਹੀਨਿਆਂ 'ਚ ਹੋਮਲੈਸ ਹੋਏ ਆ, ਮਤਲਬ ਰੀਸੈਂਟ ਆ, ਬਹੁਤ ਲੰਬਾ ਸਮਾਂ ਉਹ ਹੋਮਲੈਸ ਨਹੀਂ ਹੋਏ। ਸੋ ਇਹ ਹੁਣ ਦੇਖਿਆ ਇਹ ਜਾਵੇ ਵੀ ਕੀ ਇੱਥੇ ਅਫੋਰਡ ਕੀਤਾ ਜਾ ਸਕਦਾ ਹੈ।
ਜਾਂ ਕੀ ਕੈਲੀਫੋਰਨੀਆ ਦੇ ਵਿੱਚ ਰਹਿ ਕੇ ਤੁਸੀਂ ਕਿੰਨਾ ਕੁ ਕੰਮ ਕਰੋਗੇ ਤੇ ਕਿੰਨੇ ਕੁ ਤੁਹਾਨੂੰ ਜਿਹੜੇ ਆ ਉਹ ਪੈਸੇ ਮਿਲ ਜਾਣਗੇ। ਇੱਕ ਬੰਦਾ ਮਿਨੀਮਮ ਵੇਜਸ $15 ਤੇ 50 ਸੈਂਟ ਦੱਸੇ ਜਾ ਰਿਹਾ ਕੈਲੀਫੋਰਨੀਆ ਦੇ ਵਿੱਚ। ਹੁਣ ਇੱਕ ਬੰਦੇ ਨੇ ਜੇ ਸਟੇਟ ਵਾਈਡ ਜਿਹੜੀ ਐਵਰੇਜ ਆ ਉਹਦਾ ਰੈਂਟਲ ਜਿਹੜੀ ਆ ਲਗਭਗ $1800 ਮਹੀਨੇ ਦੀ ਦੱਸੀ ਜਾ ਰਹੀ ਹੈ, ਤੇ ਉਹਨੂੰ ਘੱਟੋ ਘੱਟ 90 ਘੰਟੇ ਕੰਮ ਕਰਨਾ ਪਊਗਾ $15 ਤੇ 50 ਸੈਂਟ ਦੇ ਉੱਤੇ। ਸਟੱਡੀ ਨੇ ਇਹ ਵੀ ਦੱਸਿਆ ਹੈ, ਔਰ ਉਹਨਾਂ ਨੇ ਇਹ ਬੇਨਤੀ ਕੀਤੀ ਹੈ ਗਵਰਨਰ ਗੈਵਨ ਨਿਊਸਮ ਨੂੰ ਇਹਦੇ ਵਿੱਚ ਕਿ ਜਿਹੜੀ ਹੋਮਲੈਸਨੈਸ ਆ ਇਹਨੂੰ ਪ੍ਰਾਇੋਰਟੀ ਦੇ ਉੱਤੇ ਹੱਲ ਕੀਤਾ ਜਾਵੇ, ਤੇ ਜਿਹੜੀ ਸਟੇਟ ਆ ਉਹ ਫੰਡ ਨਹੀਂ ਕਰ ਰਹੀ ਇਸ ਚੀਜ਼ ਨੂੰ ਉਸ ਤਰੀਕੇ ਦੇ ਨਾਲ। ਰਿਪੋਰਟ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਰੈਕਮੈਂਡੇਸ਼ਨਸ ਨੇ, ਜਿਹਦੇ ਵਿੱਚ ਉਹਨਾਂ ਨੇ ਰੈਂਟਲ ਅਸਿਸਟੈਂਸ ਨੂੰ ਐਕਸਪੈਂਡ ਕਰਨ ਦੀ ਗੱਲ ਕੀਤੀ ਆ। ਪਾਇਲਟ ਪ੍ਰੋਗਰਾਮ ਜਿਹੜਾ ਫੈਸਿਲੀਟੇਟ ਕਰਦਾ ਆ ਸ਼ੇਅਰਡ ਹਾਊਸਿੰਗ ਦੀ, ਸਾਂਝੇ ਘਰ ਹੁਣ ਘੱਟੋ ਘੱਟ ਸ਼ੈਲਟਰ ਦੇ ਵਿੱਚ ਤਾਂ ਚਲੇ ਜਾਣ, ਜਾਂ ਜਿਹੜੇ ਟੈਂਪਰੇਰੀਲੀ ਕਿਤੇ ਰਹਿੰਦੇ ਆ ਉਹਨਾਂ ਨੂੰ ਤਾਂ ਕੁਛ ਨਾ ਕੁਛ ਇਸ ਗੱਲ ਦੀ ਆਸ ਹੋ ਜਾਵੇ। ਇਹਨਾਂ ਚੀਜ਼ਾਂ ਦੇ ਨਾਲ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ। ਡੈਮੋਕ੍ਰੈਟਸ ਜਾਂ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ, ਜਿਹੜਾ ਹਾਊਸਿੰਗ ਫਸਟ ਉਹਨਾਂ ਦਾ ਕਨਸੈਪਟ ਆ, ਉਹਦੀ ਰਿਪਬਲਿਕਨ ਆਲੋਚਨਾ ਵੀ ਕਰਦੇ ਆ। ਉਹ ਕਹਿੰਦੇ ਜੋ ਮਰਜ਼ੀ ਹੋਵੇ, ਬਾਕੀ ਗੱਲਾਂ ਬਾਅਦ 'ਚ, ਪਹਿਲਾਂ ਘੱਟੋ ਘੱਟ ਸਾਰਿਆਂ ਨੂੰ ਘਰ ਹੋਣਾ ਚਾਹੀਦਾ। ਇਸ ਗੱਲ ਦੇ ਉੱਤੇ ਵੀ ਕੰਟਰੋਵਰਸੀ ਆ ਅਮਰੀਕਾ ਦੇ ਵਿੱਚ। ਪਰ ਕੈਲੀਫੋਰਨੀਆ ਦੇ ਵਿੱਚ ਇਹ 3200 ਲੋਕਾਂ ਦੇ ਉੱਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਫਰਾਂਸਿਸਕੋ ਦੀ ਸਟੱਡੀ ਨੇ ਬਹੁਤ ਸਾਰੀਆਂ ਗੱਲਾਂ ਸਾਫ਼ ਕਰ ਦਿੱਤੀਆਂ ਕਿ ਅਸਲ ਦੇ ਵਿੱਚ ਕਾਰਨ ਕੀ ਆ ਤੇ ਕਿਸ ਤਰੀਕੇ ਦੇ ਨਾਲ ਇਸ ਸੰਕਟ ਦਾ ਹੱਲ ਕੀਤਾ ਜਾ ਸਕਦਾ। ਅਗਲੀ ਗੱਲਬਾਤ ਮਾਨਸਿਕ ਸਿਹਤ ਦੇ ਨਾਲ ਸੰਬੰਧਿਤ ਆ। ਅਮਰੀਕਾ ਦੇ ਵਿੱਚ ਜਿਹੜੀ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਇੱਕ ਬਹੁਤ ਵੱਡਾ ਕਾਰਨ ਆ ਲੋਕਾਂ ਦੀ ਮਾਨਸਿਕ ਸਿਹਤ ਖਰਾਬ ਹੋਣ ਦਾ, ਜਾਂ ਉਹਨਾਂ ਦੀ ਮਾਨਸਿਕ ਹਾਲਤ ਜਿਹੜੀ ਠੀਕ ਠਾਕ ਨਾ ਹੋਣ ਦਾ। ਹੁਣ ਇੱਕ ਨਵਾਂ ਜਿਹੜੇ ਰੈਗੂਲੇਸ਼ਨਸ ਆਏ ਆ, ਨਵੀਆਂ ਰੈਕਮੈਂਡੇਸ਼ਨ ਆਈਆਂ, ਜਿੱਦਾਂ ਆਪਾਂ ਡਾਕਟਰ ਦੇ ਕੋਲ ਜਾਂਦੇ ਆ, ਜਿਹੜਾ ਪ੍ਰਾਇਮਰੀ ਕੇਅਰ ਪ੍ਰੋਵਾਈਡਰ ਆ ਉਹਦੇ ਕੋਲ ਜਾਂਦੇ ਆ, ਉਹ ਤੁਹਾਡੇ ਕੋਲ ਬਹੁਤ ਸਾਰੀਆਂ ਗੱਲਾਂ ਪੁੱਛਦਾ, ਤੁਸੀਂ ਕੀ ਖਾਂਦੇ ਆ, ਤੁਹਾਡਾ ਪੇਟ ਠੀਕ ਆ, ਤੁਹਾਡਾ ਅੱਖਾਂ ਠੀਕ ਆ, ਤੁਸੀਂ ਸਿਗਰਟ ਤਾਂ ਨਹੀਂ ਪੀਂਦੇ, ਜਾਂ ਹੋਰ ਕੋਈ ਵੀ ਖਾਣ ਪੀਣ ਦੀ ਗੱਲਬਾਤ, ਤੁਹਾਨੂੰ ਬਲੱਡ ਪ੍ਰੈਸ਼ਰ ਸ਼ੂਗਰ ਤਾਂ ਨਹੀਂ। ਉਹਦੇ ਨਾਲ ਉਹ ਕਹਿੰਦੇ ਤੁਹਾਨੂੰ ਐਂਗਜ਼ਾਇਟੀ ਵੀ ਪੁੱਛੂਗਾ, ਤੁਹਾਨੂੰ ਇਹ ਪੁੱਛਣਾ ਕਿ ਤੁਹਾਨੂੰ ਐਂਗਜ਼ਾਇਟੀ ਜਾਂ ਚਿੰਤਾ ਤਾਂ ਨਹੀਂ। ਇਹ ਰੂਟੀਨ ਚੈੱਕਅਪ ਦਾ ਇੱਕ ਪਾਰਟ ਹੋਊਗੀ ਹੁਣ ਤੋਂ। ਤੁਹਾਡਾ ਪ੍ਰਾਇਮਰੀ ਕੇਅਰ ਪ੍ਰੋਵਾਈਡਰ ਡਾਕਟਰ ਤੁਹਾਨੂੰ ਇਹ ਚੀਜ਼ਾਂ ਪੁੱਛੂਗਾ, ਜਿੱਥੇ ਉਹ ਬਾਕੀ ਚੀਜ਼ਾਂ ਪੁੱਛਦਾ ਉਹਦੇ ਵਿੱਚ ਐਂਗਜ਼ਾਇਟੀ ਬਾਰੇ ਵੀ ਪੁੱਛੂਗਾ, ਕਿਉਂਕਿ ਐਂਗਜ਼ਾਇਟੀ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਐਂਗਜ਼ਾਇਟੀ ਮਤਲਬ ਚਿੰਤਾ, ਫਿਕਰ ਕਰਨਾ, ਜਾਂ ਇੱਕ ਮਤਲਬ ਜਿਹੜੀ ਚੀਜ਼ ਹੈ ਨਹੀਂ ਉਹਦਾ ਡਰ ਮਨ ਦੇ ਵਿੱਚ ਕਿਤੇ ਨਾ ਕਿਤੇ ਰਹਿਣਾ, ਐਂਕਸ਼ੀਅਸ ਹੋਣਾ। ਇਹ ਜਿਹੜੀਆਂ ਜਿਹੜੀ ਉਸ ਕਿਸਮ ਦੀ ਜਿਹੜੀ ਇੱਕ ਮਾਨਸਿਕ ਸਮੱਸਿਆਵਾਂ ਦੀ ਇੱਕ ਕਿਸਮ, ਉਹਨੂੰ ਹਾਲਾਂਕਿ ਡਿਪਰੈਸ਼ਨ ਨਾਲੋਂ ਜਾਂ ਦੂਜੀਆਂ ਚੀਜ਼ਾਂ ਨਾਲੋਂ ਇਹ ਵੱਖਰੀ ਆ, ਪਰ ਇਹ ਐਂਗਜ਼ਾਇਟੀ ਇੱਕ ਸਮੱਸਿਆ ਜਿਹਦੇ ਬਾਰੇ ਹੁਣ ਤੁਹਾਨੂੰ ਉਹ ਪੁੱਛਣਗੇ। ਰੈਕਮੈਂਡੇਸ਼ਨ ਜਿਹੜੀਆਂ ਪਬਲਿਸ਼ ਕੀਤੀਆਂ ਗਈਆਂ US ਪ੍ਰੀਵੈਂਟਿਵ ਸਰਵਿਸਿਜ਼ ਟਾਸਕ ਫੋਰਸ ਨੇ ਕੱਲ੍ਹ ਮੰਗਲਵਾਰ ਨੂੰ, ਜਿਹੜਾ JAMA ਜਾਮਾ ਯਾਨੀ ਕਿ ਅਮਰੀਕਨ ਮੈਡੀਕਲ ਐਸੋਸੀਏਸ਼ਨ ਜਰਨਲ ਆ, ਉਹਦੇ ਵਿੱਚ ਇਹ ਪਬਲਿਸ਼ ਕੀਤੀਆਂ ਗਈਆਂ। ਤੇ ਇਹਦੇ ਵਿੱਚ ਜਿਹੜਾ ਮੈਂਟਲ ਹੈਲਥ ਕ੍ਰਾਈਸਿਸ ਅਮਰੀਕਾ ਦੇ ਵਿੱਚ ਇਸ ਵੇਲੇ ਪੈਦਾ ਹੋਇਆ ਆ, ਉਸ ਸਮੱਸਿਆ ਨੂੰ ਐਡਰੈਸ ਕੀਤਾ ਗਿਆ। ਜਿਹੜੇ ਡਿਪਰੈਸ਼ਨ, ਐਂਗਜ਼ਾਇਟੀ, ਸੁਸਾਈਡ, ਇਹ ਅਮਰੀਕਾ ਦੇ ਵਿੱਚ ਬਹੁਤ ਵੱਧ ਰਹੀ ਹੈ। ਮਤਲਬ ਕਿੰਨੇ ਅੱਧੇ ਦੇ ਕਰੀਬ ਲੋਕ ਆ ਜਿਹੜੇ ਇਹ ਕਹਿ ਰਹੇ ਆ ਜਾਂ ਵੀ ਸਾਡੇ ਲਈ ਇਹ ਇੱਕ ਸਮੱਸਿਆ ਹੈਗੀ ਹੈ। 100 ਬੰਦੇ ਨੂੰ ਅਮਰੀਕਾ ਦੇ ਵਿੱਚ BBC ਨੇ ਇੱਕ ਖਬਰ ਕੀਤੀ ਸੀ, ਉਹਨੇ ਪੁੱਛਿਆ ਸੀ, 100 ਦੇ ਵਿੱਚ 90 ਨੇ ਕਿਹਾ ਕਿ ਅਮਰੀਕਾ ਦੇ ਵਿੱਚ ਮੈਂਟਲ ਹੈਲਥ ਕ੍ਰਾਈਸਿਸ ਆ, ਭਾਵ ਲੋਕਾਂ ਨੂੰ ਮਾਨਸਿਕ ਸਿਹਤ ਠੀਕ ਨਹੀਂ ਆ, ਲੋਨਲੀਨੈਸ ਆ, ਇਕੱਲੇ ਆ, ਉਹਦੇ ਨਾਲ ਫਿਕਰ ਆ, ਹਰ ਵੇਲੇ ਚਿੰਤਾ 'ਚ ਰਹਿੰਦੇ ਆ। ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਣਾ ਚਾਹੀਦਾ। ਤੇ ਇਹ ਹੁਣ ਉਹ ਕਹਿੰਦੇ ਰੂਟੀਨ ਦੇ ਵਿੱਚ ਗੱਲ ਆ ਗਈ ਵੀ ਜਦੋਂ ਵੀ ਤੁਸੀਂ ਡਾਕਟਰ ਕੋਲ ਜਾਓਗੇ ਤੇ ਜਿਹੜਾ ਪ੍ਰਾਇਮਰੀ ਹੈਲਥ ਕੇਅਰ ਪ੍ਰੋਵਾਈਡਰ ਆ ਉਹ ਤੁਹਾਨੂੰ ਪੁੱਛ ਸਕਦਾ ਜਾਂ ਪੁੱਛੂਗਾ ਉਹ ਇਸ ਚੀਜ਼ ਨੂੰ ਵੀ ਤੁਹਾਨੂੰ ਐਂਗਜ਼ਾਇਟੀ ਤਾਂ ਨਹੀਂ ਹੈ। ਇਹ ਜਿਹੜੀ ਸਟੱਡੀ ਇੱਕ ਇਹ ਐਂਗਜ਼ਾਇਟੀ ਡਿਸਆਰਡਰਸ ਦੇ ਨਾਲ ਸੰਬੰਧਿਤ ਆਈ ਆ, ਇਹਦਾ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਆ। ਸੋ ਜਿਹੜੀ ਰეკਮੈਂਡਡ ਹੋ ਗਈ ਹੁਣ ਐਂਗਜ਼ਾਇਟੀ ਸਕਰੀਨਿੰਗ, ਕਿਉਂਕਿ ਇਹਨਾਂ ਨੇ ਵੇਟ ਕੀਤਾ ਸੀ ਕਿ ਪਬਲਿਕ ਇਨਪੁਟ ਆਵੇ ਇਹਦੇ ਉੱਤੇ ਇਹ ਰੈਕਮੈਂਡੇਸ਼ਨ ਬਣਾਉਣ ਤੋਂ ਪਹਿਲਾਂ। ਤੇ ਹੁਣ ਜਦੋਂ ਅਕਤੂਬਰ ਦੇ ਵਿੱਚ ਸਾਰੇ ਗਰੁੱਪਾਂ ਨੇ ਰੈਕਮੈਂਡੇਸ਼ਨ ਇਹਦੀ ਦਿੱਤੀ ਆ, ਤਾਂ ਹੁਣ ਐਂਗਜ਼ਾਇਟੀ ਸਕਰੀਨਿੰਗ ਜਿਹੜੇ ਬੱਚੇ ਆ 8 ਤੋਂ ਲੈ ਕੇ 18 ਸਾਲ ਉਹਨਾਂ ਦੇ ਲਈ ਵੀ ਕਰ ਦਿੱਤੀ ਗਈ ਆ। ਇੱਕ ਗਰੁੱਪ ਜਿਹੜਾ ਇੰਡੀਪੈਂਡੈਂਟ ਗਰੁੱਪ, ਇੱਕ ਇੰਡੀਪੈਂਡੈਂਟ ਪੈਨਲ ਆ ਡਾਕਟਰਾਂ ਦਾ ਤੇ ਹੋਰ ਐਕਸਪਰਟ ਨੇ ਇਹਦੇ ਵਿੱਚ, ਉਹਨਾਂ ਨੂੰ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਨੇ ਕੀਤਾ ਸੀ ਇਵੈਲੂਏਟ ਕਰਨ ਦੇ ਲਈ ਕਿ ਇਹਦੇ ਵਿੱਚ ਉਹ ਦੱਸ ਸਕਣ ਤੇ ਆਪਣੀ ਇਨਪੁਟ ਦੇ ਸਕਣ। ਤੇ ਹੁਣ ਜਿਹੜੀਆਂ ਇਹਦੀਆਂ ਪ੍ਰੀਵੈਂਟਿਵ ਗਾਈਡਲਾਈਨਸ ਆ ਉਹਦੇ ਵਿੱਚ ਇਹ ਆ ਕਿ ਤੁਹਾਨੂੰ ਐਂਗਜ਼ਾਇਟੀ ਬਾਰੇ ਪੁੱਛਿਆ ਜਾ ਸਕਦਾ, ਕਿੱਡੀ ਵੱਡੀ ਇਹ ਸਮੱਸਿਆ ਆ ਤੇ ਇਹਦਾ ਹੱਲ ਹੁਣ ਇਹ ਹੌਲੀ ਹੌਲੀ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਵੀ ਲੋਕ ਸਾਹਮਣੇ ਹੀ ਨਹੀਂ ਆਉਂਦੇ, ਲੋਕ ਦੱਸਦੇ ਹੀ ਨਹੀਂ, ਲੋਕ ਗੱਲ ਹੀ ਨਹੀਂ ਕਰਦੇ ਇਹਦੀ। ਜੇਕਰ ਡਾਕਟਰ ਜਾਂਦੇ ਪੁੱਛ ਲਓ ਕਿ ਤੁਹਾਨੂੰ ਫਲਾਣਾ ਤਾਂ ਨਹੀਂ, ਫਲਾਣਾ ਤਾਂ ਨਹੀਂ, ਤੇ ਉਹਦੇ ਵਿੱਚੋਂ ਇੱਕ ਇਹ ਪੁੱਛ ਲਓ ਕਿ ਤੁਹਾਨੂੰ
ਐਂਗਜ਼ਾਇਟੀ ਤਾਂ ਨਹੀਂ ਰਹਿੰਦੀ, ਤਾਂ ਹੋ ਸਕਦਾ ਉਹਦੀ ਦਵਾਈ ਦੇ ਕੇ ਉਹਦਾ ਹੱਲ ਕੀਤਾ ਜਾ ਸਕੇ। ਜਿੱਡੀ ਵੱਡੀ ਇਹ ਸਮੱਸਿਆ ਹੈ, ਇਹਦਾ ਹੱਲ ਕਰਨ ਦਾ ਇੱਕ ਇਹ ਵਧੀਆ ਤਰੀਕਾ ਦੱਸਿਆ ਜਾ ਰਿਹਾ ਕਿ ਲੋਕ ਜਿਹੜੇ ਨੇ ਉਹ ਜਿਹੜੇ ਆਪ ਐਂਗਜ਼ਾਇਟੀ ਬਾਰੇ ਗੱਲ ਨਹੀਂ ਕਰਦੇ, ਜਦੋਂ ਕਿਤੇ ਵੀ ਚੈੱਕਅਪ ਕਰਵਾਉਣ ਜਾਂਦੇ ਆ ਤਾਂ ਪ੍ਰਾਇਮਰੀ ਹੈਲਥ ਕੇਅਰ ਪ੍ਰੋਵਾਈਡਰ ਉਹਦੇ ਕੋਲੋਂ ਉਹ ਜਾਣਕਾਰੀ ਲੈ ਲੂਗਾ ਤੇ ਉਹਦੇ ਅਨੁਸਾਰ ਫਿਰ ਉਹਦਾ ਇਲਾਜ ਵੀ ਕੀਤਾ ਜਾ ਸਕਦਾ। ਅਗਲੀ ਖਬਰ ਟੈਕਸਸ ਦੇ ਵਿੱਚ ਗਰਮੀ ਬਾਰੇ ਆ। ਅੱਜ ਜਿਹੜਾ ਗਰਮੀਆਂ ਦਾ ਸਭ ਤੋਂ ਲੰਬਾ ਦਿਨ ਆ, ਆਫੀਸ਼ੀਅਲੀ ਅੱਜ ਸਮਰ ਸਟਾਰਟ ਹੋ ਜਾਂਦੀ ਹੈ। ਅੱਜ ਤੋਂ ਮੰਨਿਆ ਜਾਂਦਾ ਕਿ ਗਰਮੀਆਂ ਸ਼ੁਰੂ ਹੋ ਗਈਆਂ 21 ਜੂਨ ਤੋਂ, ਤੇ ਸਭ ਤੋਂ ਲੰਬਾ ਦਿਨ ਵੀ ਹੁੰਦਾ ਆ। ਗਰਮੀ ਬਹੁਤ ਪੈ ਰਹੀ ਹੈ ਇਸ ਵੇਲੇ ਕਈ ਇਲਾਕਿਆਂ ਦੇ ਵਿੱਚ। ਟੈਕਸਸ ਦੇ ਵਿੱਚ ਐਕਸੈਪਸ਼ਨਲ ਮਤਲਬ ਵੱਖਰੀ ਗਰਮੀ ਪੈ ਰਹੀ ਹੈ ਜਿਹੜੀ ਆਮ ਤੌਰ ਦੇ ਉੱਤੇ ਆਸ ਨਹੀਂ ਕੀਤੀ ਜਾਂਦੀ। 100 ਡਿਗਰੀ ਤੋਂ ਉੱਤੇ ਟੈਂਪਰੇਚਰ ਕਈ ਦਿਨ ਇੱਥੇ ਰਿਹਾ ਆ, ਤੇ ਇਹਦੇ ਨਾਲ ਜਿਹੜਾ ਗਰਮੀ ਆ ਉਹ ਕਾਫੀ ਵਧੀਆ 125 ਡਿਗਰੀ ਤੱਕ ਵੀ ਗਈ ਆ। ਐਕਸੈਸਿਵ ਹੀਟ ਵਾਰਨਿੰਗਸ ਦਿੱਤੀਆਂ ਗਈਆਂ ਇਨ ਇਫੈਕਟ ਨੇ ਇਸ ਵੇਲੇ, ਤੇ ਵੱਡਾ ਜਿਹੜਾ ਸਟੇਟ ਦਾ ਹਿੱਸਾ ਆ ਉਹ ਇਸ ਵੇਲੇ ਉਹਦੇ ਤੱਕ ਇਹ ਐਕਸਟੈਂਡ ਹੋਈਆਂ ਆ। ਹੀਟ ਉਧਰ ਇਹਦੇ ਨਾਲ ਹੀ ਮੈਕਸੀਕੋ ਦੇ ਵਿੱਚ ਵੀ ਬਹੁਤ ਬਰੂਟਲ ਹੋਈ ਆ। ਉੱਥੇ ਵੀ ਜਿਹੜੀ ਮੈਕਸੀਮਮ ਟੈਂਪਰੇਚਰ ਆ ਸੋਮਵਾਰ ਨੂੰ 115 ਡਿਗਰੀ ਸੀਗਾ, ਮਨਕਲੋਵਾ ਦੇ ਵਿੱਚ ਤੇ 114 ਡਿਗਰੀ ਸੀਗਾ। ਟੋਰੀਓਨ ਦੇ ਵਿੱਚ ਜਿਹੜਾ ਵੈਦਰ ਸਰਵਿਸਿਜ਼ ਆ ਉਹਨਾਂ ਦੇ ਦੱਸਣ ਦੇ ਅਨੁਸਾਰ, ਤੇ ਇਹ ਜਿਹੜੀਆਂ ਹੀਟ ਵੇਵਸ ਨੇ ਪਹਿਲਾਂ ਵੀ ਕਈ ਰਿਕਾਰਡ ਸੈੱਟ ਕਰ ਰਹੀਆਂ ਆ ਕਈ ਲੋਕੇਸ਼ਨਸ ਦੇ ਉੱਤੇ, ਤੇ ਟੈਕਸਸ ਦੇ ਵਿੱਚ ਹੁਣ ਇਹਦੀ ਜਿਹੜੀ ਜ਼ਿਆਦਾ ਹੋ ਰਹੀ ਹੈ ਹੀਟ। ਕਿੰਨੀਆਂ ਥਾਵਾਂ ਨੇ ਉੱਥੇ ਜਿੱਥੇ ਟੈਂਪਰੇਚਰ ਜਿਹੜਾ 3 ਅੰਕਾਂ ਦੇ ਵਿੱਚ ਚਲਾ ਗਿਆ, ਤੇ ਇਹਦੇ ਨਾਲ ਨਾਲ ਜਿੱਥੇ ਉਹ ਸਮੱਸਿਆ ਬਣ ਰਹੀ ਹੈ ਵੱਧਦਾ ਤਾਪਮਾਨ, ਉੱਥੇ ਨਾਲ ਜਿਹੜੀ ਹਿਊਮਿਡਿਟੀ ਆ ਹਵਾ ਦੇ ਵਿੱਚ ਜਿਹੜੀ ਸਿੱਲ ਆ, ਉਹ ਸਿੱਲ ਨੇ ਆਪਣੇ ਆਪ ਦੇ ਵਿੱਚ ਸਮੱਸਿਆ ਕੀਤੀ ਹੈ, ਤੇ ਜਿੰਨੀ ਗਰਮੀ ਹੁੰਦੀ ਆ ਉਹਦੇ ਤੋਂ ਕਿਤੇ ਜ਼ਿਆਦਾ ਲੋਕਾਂ ਨੂੰ ਉੱਥੇ ਮਹਿਸੂਸ ਹੋ ਰਹੀ ਆ। ਜਿਹੜੇ ਪੁਰਾਣੇ ਰਿਕਾਰਡ ਸੀ ਗਰਮੀ ਦੇ ਉਹ ਟੁੱਟ ਰਹੇ ਆ, ਤੇ ਨਵੇਂ ਰਿਕਾਰਡ ਉੱਥੇ ਪੈਦਾ ਹੋ ਰਹੇ ਆ। ਟੈਕਸਸ ਦੇ ਵਿੱਚ ਪੂਰੇ ਦਾ ਪੂਰਾ ਜਿਹੜਾ ਸਟ੍ਰੈਚ ਆ ਇੱਕ, ਜਿੱਥੇ ਕਿ ਤਾਪਮਾਨ ਦੇ ਪਿਛਲੇ ਸਾਰੇ ਰਿਕਾਰਡ ਉਹ ਟੁੱਟ ਰਹੇ ਨੇ। ਅਗਲੀ ਗੱਲਬਾਤ ਦੋਸਤੋ ਜਿਹੜੇ ਅਮਰੀਕਾ ਦੇ ਸਟੂਡੈਂਟਸ ਬਾਰੇ ਕਰਨੀ ਆ। ਇਹ ਜਿਹੜਾ ਨੈਸ਼ਨਲ ਟੈਸਟ ਸਕੋਰ ਆ ਉਹ ਥੱਲੇ ਨੂੰ ਚਲੇ ਗਿਆ ਜਿਹੜਾ ਅਮਰੀਕਾ ਦੇ ਵਿੱਚ। ਮਤਲਬ ਇੱਕ ਤੇ ਇੱਕ ਨਿਆਣੇ ਦੀ ਜਿੱਦਾਂ ਪਰਫਾਰਮੈਂਸ ਆਪਾਂ ਦੇਖਦੇ ਹਾਂ ਵੀ ਸਾਡਾ ਨਿਆਣਾ ਕਿੰਨੇ ਮਾਰਕਸ ਲੈ ਕੇ ਆਉਂਦਾ, ਉਹਦੇ ਕੀ ਹਿਸਾਬ ਕਿਤਾਬ ਆ, ਉੱਤੇ ਗਿਆ ਥੱਲੇ ਗਿਆ, ਇਸੇ ਤਰ੍ਹਾਂ ਪੂਰੇ ਅਮਰੀਕਾ ਦਾ ਇੱਕ ਨਿਚੋੜ ਕੱਢ ਕੇ ਰੱਖਿਆ ਜਾਂਦਾ ਵੀ ਓਵਰਆਲ ਅਮਰੀਕਾ ਦੇ ਵਿੱਚ ਸਾਰੇ ਨਿਆਣਿਆਂ ਦੇ ਜੇਕਰ ਨੰਬਰ ਗਿਣੇ ਜਾਣ ਤਾਂ ਅੱਗੇ ਨਾਲੋਂ ਵਧਿਆ ਕਿ ਘਟੇ ਆ, ਮਤਲਬ ਉਹ ਜ਼ਿਆਦਾ ਹੁਸ਼ਿਆਰ ਹੋਏ ਆ ਜਾਂ ਪਿੱਛੇ ਨੂੰ ਚਲੇ ਗਏ ਆ। ਤਾਂ ਉਹ ਇਹ ਦੱਸਦੇ ਆ ਵੀ ਨਿਆਣੇ ਹੁਣ ਪਿੱਛੇ ਨੂੰ ਜਾ ਰਹੇ ਆ ਪੜ੍ਹਾਈ ਦੇ ਵਿੱਚ, ਉਹਨਾਂ ਜ਼ਿਆਦਾ ਖਾਸ ਕਰ ਮੈਥ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਗਿਰਾਵਟ ਆਈ ਆ। ਪਿਛਲੇ 50 ਸਾਲਾਂ ਦੇ ਵਿੱਚ ਇੰਨੀ ਗਿਰਾਵਟ ਨਹੀਂ ਸੀ ਆਈ ਪੜ੍ਹਾਈ ਦੇ ਵਿੱਚ ਨਿਆਣਿਆਂ ਦੇ ਜਿੰਨੀ ਇਸ ਵਾਰੀ ਆਈ ਆ। ਪੈਂਡੈਮਿਕ ਦੇ ਵਿੱਚ ਨੁਕਸਾਨ ਹੋਇਆ ਸੀ ਬਹੁਤ ਪੜ੍ਹਾਈ ਦਾ, ਨਿਆਣੇ ਸਕੂਲੇ ਨਹੀਂ ਸੀ ਜਾ ਸਕੇ। ਉਹ ਤੋਂ ਬਾਅਦ ਆਸ ਸੀਗੀ ਵੀ ਇਹ ਰਿਕਵਰ ਕਰ ਜਾਣਗੇ, ਜਿਹੜਾ ਸਟੂਡੈਂਟ ਦਾ ਸਕੋਰ ਆ ਉੱਪਰਲੇ ਪਾਸੇ ਨੂੰ ਚਲਿਆ ਜਾਊਗਾ, ਪਰ ਉਹ ਨਹੀਂ ਆਇਆ ਖਾਸ ਕਰ ਮੈਥ ਦੇ ਵਿੱਚ। ਤੇ ਰੀਡਿੰਗ ਦੇ ਵਿੱਚ ਵੀ ਜਿਹੜੀ ਨੈਸ਼ਨਲ ਅਸੈਸਮੈਂਟ ਆਫ ਐਜੂਕੇਸ਼ਨਲ ਪ੍ਰੋਗਰੈਸ ਆ, NAEP ਇਹਨੂੰ ਕਹਿੰਦੇ ਆ, ਉਹਨਾਂ ਦੇ ਅਨੁਸਾਰ ਜਿਹੜਾ ਰਿਪੋਰਟ ਜਿਹੜਾ ਨੇਸ਼ਨ ਦਾ ਰਿਪੋਰਟ ਕਾਰਡ ਆ ਉਹਦੇ ਵਿੱਚ ਥੱਲੇ ਨੂੰ ਗਿਆ ਆ। ਅੱਜ ਜਿਹੜੀ ਰਿਪੋਰਟ ਆਈ ਆ ਉਹ ਦੱਸਦੀ ਆ ਕਿ ਜਦੋਂ 22 ਨੂੰ ਅਸੀਂ 19 ਦੇ ਨਾਲ ਕੰਪੇਅਰ ਕਰਦੇ ਹਾਂ, ਜਦੋਂ ਪੈਂਡੈਮਿਕ ਸ਼ੁਰੂ ਨਹੀਂ ਸੀ ਹੋਈ, ਤਾਂ ਗੈਪ ਬਹੁਤ ਵੱਡਾ ਆ ਰਿਹਾ ਆ। ਖਾਸ ਕਰ ਮੈਥ ਦੇ ਵਿੱਚ ਜਿਹੜੀ ਐਜੂਕੇਸ਼ਨ ਸਟੈਟਿਸਟਿਕਸ ਆ ਉਹ ਦੱਸਦੇ ਆ ਕਿ ਮੈਥ ਦੇ ਵਿੱਚ ਨਿਆਣੇ ਰੈਕਡ ਥੱਲੇ ਨੂੰ ਚਲੇ ਗਿਆ ਜੀ। ਐਵਰੇਜ ਸਕੋਰ ਮੈਥ ਦੇ ਵਿੱਚ ਇਸ ਵੇਲੇ ਉਹੀ ਹੈ ਜਿਹੜਾ 1990 ਦੇ ਵਿੱਚ ਸੀਗਾ, ਤੇ ਜਦੋਂ ਕਿ ਐਵਰੇਜ ਜਿਹੜੀ ਰੀਡਿੰਗ ਸਕੋਰ ਆ ਉਹ 2004 ਦੇ ਵਿੱਚ ਸੀਗਾ, ਜਿਹੜਾ ਹੋਣਾ ਮਤਲਬ 90 ਦੇ ਵਿੱਚ ਘੱਟ ਸੀ, ਫਿਰ ਵੱਧਦਾ ਰਿਹਾ ਤੇ ਹੁਣ ਘਟਦਾ ਮੁੜ ਕੇ ਫਿਰ 90 ਵਾਲੇ ਪਾਰਟ ਦੇ ਉੱਤੇ ਚਲਿਆ ਗਿਆ। ਜਿਹੜੀ ਲੋਐਸਟ ਪਰਫਾਰਮਿੰਗ ਸਟੂਡੈਂਟ ਮੈਥ ਦੇ ਵਿੱਚ ਆ ਉੱਥੇ ਸਭ ਤੋਂ ਵੱਡਾ ਹਾਰਡ ਹਿੱਟ ਹੋਇਆ। ਦੱਸਦੇ ਆ ਕਿ 12 ਤੋਂ 14 ਪੁਆਇੰਟ ਥੱਲੇ ਨੂੰ ਗਈ ਆ, ਤੇ ਹਾਈਐਸਟ ਜਿਹੜੀ ਪਰਫਾਰਮਿੰਗ ਹੈਗੇ ਨੇ ਉਹ ਥੋੜ੍ਹਾ ਜਿਹਾ 6 ਪੁਆਇੰਟ ਉਹ ਵੀ ਥੱਲੇ ਨੂੰ ਆਇਆ। ਮਤਲਬ ਚਾਹੇ ਹੁਸ਼ਿਆਰ ਨਿਆਣੇ ਸੀ ਚਾਹੇ ਦੂਜੇ ਸੀ, ਸਾਰਿਆਂ ਦੀ ਜਿਹੜੀ ਯੋਗਤਾ ਦੇ ਵਿੱਚ ਫਰਕ ਪਿਆ ਦੱਸਿਆ ਜਾ ਰਿਹਾ ਆ। ਤੇ ਹੁਣ ਇਹ ਚੀਜ਼ ਇੱਕ ਚਿੰਤਾ ਵਾਲੀ ਆ ਕਿ ਇਹਨਾਂ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕੀ ਕੀਤਾ ਜਾਵੇ ਜਿਹਦੇ ਨਾਲ ਇਹ ਅੱਗੇ ਆਵੇ। ਟੀਚਰਾਂ ਦਾ ਅਮਰੀਕਾ ਦੇ ਵਿੱਚ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਸਮੱਸਿਆ ਆ। ਜਿੰਨਾ ਨਿਆਣਿਆਂ ਦੀ ਪੜ੍ਹਾਈ ਦਾ ਨੁਕਸਾਨ ਪੈਂਡੈਮਿਕ ਨੇ ਕਰ ਦਿੱਤਾ ਸੀ ਘਰ ਰਹਿ ਕੇ, ਉਹਨੂੰ ਇੰਨੀ ਜਲਦੀ ਪੂਰਾ ਨਹੀਂ ਕੀਤਾ ਜਾ ਸਕਦਾ। ਉਹ ਵੀ ਇੱਕ ਫੈਕਟਰ ਇਸ ਵੇਲੇ ਹੈਗਾ। ਲੌਂਗ ਟਰਮ ਟ੍ਰੈਂਡਸ ਕੀ ਨੇ ਉਹ ਵੀ ਇੱਕ ਜਿਹੜੀ ਚੀਜ਼ ਦੇਖੀ ਜਾ ਰਹੀ ਆ, ਔਰ ਇਹਨੂੰ ਪਿੱਛੇ ਫਿਰ 1971-73 ਦੇ ਮੈਥਸ ਦੇ ਨਾਲ ਮਿਲਾ ਕੇ ਦੇਖਿਆ ਜਾ ਰਿਹਾ ਕਿ ਉਸ ਵੇਲੇ ਕਿਹੜੀ ਗੱਲ ਸੀਗੀ ਤੇ ਹੁਣ ਕਿਹੜੀ ਗੱਲ ਆ। ਪਰ ਓਵਰਆਲ ਅਮਰੀਕਾ ਦੇ ਵਿੱਚ ਜਿਹੜਾ ਇਹ ਨੰਬਰ ਆ ਇਹ ਥੱਲੇ ਨੂੰ ਜਾ ਰਹੇ ਦੱਸੇ ਜਾ ਰਹੇ ਨੇ, ਜਿਹੜੀ ਕਿ ਇੱਕ ਚਿੰਤਾ ਵਾਲੀ ਗੱਲ ਦੱਸੀ ਜਾ ਰਹੀ ਹੈ। ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ। roku ਅਤੇ Amazon Fire TV ਤੇ
ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।